ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹਨੇ ਪੁੱਛਿਆ ਸੀਗਾ ਕੁਐਸਚਨ ਸੀਗਾ ਵੀ ਪੰਜ ਪਿਆਰਿਆਂ ਵਿੱਚ ਵੀ ਆਪਣੀਆਂ ਭੈਣਾਂ ਕਿਉਂ ਨਹੀਂ ਲੱਗ ਸਕਦੀਆਂ, ਕਿਉਂਕਿ ਜਿੱਥੇ ਉੱਥੇ ਗੱਲ ਆ ਜਾਂਦੀ ਆ ਵੀ ਉੱਥੇ ਰੂਪ ਵੀ ਦੇਖਿਆ ਜਾਂਦਾ ਵੀ ਕਿਹੜੇ ਰੂਪ ਚ ਸਵਰੂਪ ਚ ਹੈਗੇ ਨੇ, ਲਾਈਕ ਵੀ ਉਹ ਆਦਮੀ ਹੈਗਾ ਜਾਂ ਔਰਤ ਹੈਗੀ ਆ, ਕਿਉਂਕਿ ਵੀ ਉੱਥੇ ਸਿਰਫ ਗੱਲ ਰਹਿ ਜਾਂਦੀ ਆ ਵੀ ਆਤਮਾ ਦੀ ਗੱਲ ਰਹਿ ਜਾਂਦੀ ਆ। ਸੋ ਆਈ ਥਿੰਕ ਇਹੀ ਕੁਐਸਚਨ ਸੀ ਵੀ ਸੋਲ ਦੀ ਗੱਲ, ਕਿਉਂਕਿ ਇਹਨੇ ਲਿਖਿਆ ਸੀ ਵੀ ਮੈਨੂੰ ਯਾਦ ਹੈਗਾ ਆਈ ਰਿਮੈਂਬਰ ਫਰਮ, ਕਹਿੰਦਾ ਆਸਾ ਦੀ ਵਾਰ ਵੀ ਉੱਥੇ ਸੋਲ ਦੀ ਗੱਲ ਹੁੰਦੀ ਆ, ਕਿਉਂਕਿ ਸੋਲ ਜਿਹੜੀ ਹੈਗੀ ਆ ਉਹ ਜੈਂਡਰਲੈਸ ਹੈਗੀ ਆ। ਸੋ ਫਿਰ ਕਿਉਂ ਮੈਟਰ ਕਰਦਾ ਰੂਪ, ਉੱਥੇ ਮੈਟਰ ਕਿਉਂ ਕਰਦਾ ਜਦੋਂ ਆਪਣੇ ਵੀ ਪੰਜ ਪਿਆਰਿਆਂ ਦੇ ਵਿੱਚ ਸਿਰਫ ਜਿਹੜੇ ਹੈਗੇ ਨੇ ਉਹ ਜਿਹੜੇ ਆਦਮੀ ਆ ਉਹੀ ਲੱਗ ਸਕਦੇ ਆ, ਔਰਤਾਂ ਕਿਉਂ ਨਹੀਂ ਹੈਗੀਆਂ, ਵੀ ਫਿਰ ਉੱਥੇ ਜੈਂਡਰ ਦੀ ਕਿਉਂ ਗੱਲ ਹੁੰਦੀ ਆ। ਠੀਕ ਹੈ, ਅਸਲ 'ਚ ਵਿਵਾਦ ਪੰਥ 'ਚ ਕਾਫੀ ਹੈ ਕਿ ਜਿਹੜੀਆਂ ਭੈਣਾਂ ਨੇ ਉਹ ਦਰਬਾਰ ਸਾਹਿਬ ਕੀਰਤਨ ਕਿਉਂ ਨਹੀਂ ਕਰ ਸਕਦੀਆਂ, ਉਹ ਪੰਜ ਪਿਆਰੇ ਸਾਹਿਬਾਨਾਂ 'ਚ ਕਿਉਂ ਨਹੀਂ ਲੱਗ ਸਕਦੀਆਂ। ਤੇ ਪਰ ਇਹ ਸਵਾਲ ਜਿੱਥੋਂ ਰਾਈਜ਼ ਹੁੰਦਾ ਹੈ ਨਾ, ਉਹ ਗਰਾਊਂਡ ਗੱਲ ਤੇ ਇਹ ਕੋਈ ਇਸ਼ੂ ਜਿਹੜਾ ਇਹਨਾਂ ਜੇ ਸਹੀ ਅਰਥ 'ਚ ਵੇਖੀਏ ਤੇ ਇਹਦਾ ਬਾਬਾ ਜਰਨੈਲ ਸਿੰਘ ਹੋਣਾ ਨੇ ਇੱਕ ਜਵਾਬ ਦਿੱਤਾ ਸੀ, ਜਿਹੜਾ ਹਮੇਸ਼ਾ ਸਾਰੇ ਰਿਪੀਟ ਕਰਦੇ ਨੇ ਕਿ ਵੀ ਇਹ ਸਾਡੀ ਬਣਾਈ ਮਰਿਆਦਾ ਨਹੀਂ ਹੈ, ਇਹ ਕਲਗੀਆਂ ਵਾਲੇ ਮਹਾਰਾਜ ਦੀ ਮਰਿਆਦਾ ਹੈ। ਤੇ ਕਲਗੀਆਂ ਵਾਲੇ ਮਹਾਰਾਜ ਨੇ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅਮਰ ਦੀ ਦਾਤ ਦਿੱਤੀ, ਜਦੋਂ ਉਹਨਾਂ ਸੀਸ ਮੰਗਿਆ ਸੀ, ਉਦੋਂ ਸਿੰਘ ਹੀ ਖੜੇ ਹੋਏ ਸੀ। ਜੇ ਉਹਨਾਂ 'ਚ ਇੱਕ ਅੱਧੀ ਭੈਣ ਵੀ ਖੜੀ ਹੋ ਜਾਂਦੀ ਤੇ ਸ਼ਾਇਦ ਇਹ ਪਰੰਪਰਾ ਉਦੋਂ ਇਹ ਸਵਾਲ ਆਉਂਦਾ ਇੰਨਾ ਪਰੰਪਰਾ ਏਦਾਂ ਚੱਲ ਪੈਂਦੀ। ਤੇ ਇਹ ਵੀ ਠੀਕ ਹੈ ਕਿ ਪਰੰਪਰਾ ਹੁਣ ਉਹ ਕਲਗੀਆਂ ਵਾਲੇ ਮਹਾਰਾਜ ਦੀ, ਉਹਨੂੰ ਕੋਈ ਵੀ ਕਿਸੇ ਦੀ ਹਿੰਮਤ ਨਹੀਂ ਹੈਗੀ ਕਿ ਉਹ ਚੇਂਜ ਕਰੇ, ਜਾਂ ਕੋਈ ਵੀ ਜੇ ਉਹਨਾਂ ਨੂੰ ਲੱਗਦਾ ਕਿ ਜੇ ਕਲਗੀਆਂ ਵਾਲੇ ਮਹਾਰਾਜ ਜੋ ਕਰ ਗਏ ਨੇ ਅਸੀਂ ਸੇਮ ਕਰਨਾ ਹੈ, ਤੇ ਹੁਣ ਜਾਂ ਤੇ ਫਿਰ ਉਹ ਦੁਬਾਰਾ ਆਵੇ ਜਾਂ ਉਹ ਦੁਬਾਰਾ ਕੋਈ ਰੰਗ ਬਣਾਵੇ ਏਦਾਂ ਦਾ ਤੇ ਫਿਰ ਜਾ ਕੇ ਹੋਵੇ। ਤੇ ਇਸ ਕਰਕੇ ਕੋਈ ਵੀ ਮਨੁੱਖ ਜਿਹੜਾ ਹੈ ਨਾ, ਉਹ ਇਹਨੂੰ ਕਹਿ ਲਓ ਕਿ ਜਿਹੜਾ ਹੁਣ ਕਰੇਗਾ ਦੁਬਾਰਾ ਉਸ ਪਰੰਪਰਾ ਨੂੰ ਜਿੱਦਾਂ ਕਹਿ ਲਓ ਕਿ ਰਿਪੀਟ ਕਰਨ ਦੀ ਇਹ 'ਚ ਵੀ ਸ਼ਮਤਾ ਜਾਂ ਹਿੰਮਤ ਨਹੀਂ ਹੈਗੀ। ਕਹਿੰਦਾ ਕਿ ਮੈਂ ਕਲਗੀਆਂ ਵਾਲੇ ਮਹਾਰਾਜ ਨੂੰ ਤੇ ਵੇਖੋ ਉਹਨੂੰ ਪਿਤਾ ਮੰਨਦੇ ਸਾਰੇ, ਹਨਾ। ਤੇ ਜਿਨ੍ਹਾਂ ਦਾ ਤੇ ਇਸ਼ਕ ਹੈ ਉਹ ਤੇ ਇਹ ਚੀਜ਼ ਨੂੰ ਏਦਾਂ ਹੀ ਮੰਨਦੇ ਕਿ ਹੁਣ ਅਸੀਂ ਚੇਂਜ ਨਹੀਂ ਕਰ ਸਕਦੇ, ਉਦੋਂ ਹੋ ਜਾਂਦਾ ਏਦਾਂ ਪਰੰਪਰਾ ਤਿਆਰ ਹੋ ਜਾਂਦੀ ਤੇ ਹੋ ਜਾਂਦੀ। ਤੇ ਦੂਜਾ ਸਵਾਲ ਜਿਹੜਾ ਇੱਕ ਤੇ ਆਪਣੀ ਸ਼ਮਤਾ ਤੇ ਉਹ ਕਲਗੀਆਂ ਵਾਲੇ ਮਹਾਰਾਜ ਨੇ ਜਿਹੜੀ ਉਹ ਇੱਕ ਕਹਿ ਲਓ ਕਿ ਖੇਡ ਰਚੀ ਉਹਦੀ ਆ ਜਾਂਦੀ ਹੈ। ਦੂਜਾ ਆ ਜਾਂਦਾ ਹੈ ਕਿ ਸਭ ਤੋਂ ਇਹਦਾ ਹੁਣ ਜਿਹੜਾ ਬੇਸ ਹੈ, ਜਿਹੜਾ ਸਾਲ ਹੀ ਰਾਈਜ਼ ਹੁੰਦਾ ਹੈ, ਅਸੀਂ ਉਹਦਾ ਬੇਸ ਵੇਖੀਏ ਕਿ ਬੇਸ ਕੀ ਹੈ, ਹਨਾ। ਸਭ ਤੋਂ ਪਹਿਲਾਂ ਤੇ ਸਾਨੂੰ ਇਹ ਰੌਲਾ ਹੈ ਕਿ ਠੀਕ ਹੈ ਇਹਦੇ 'ਚ ਪੁਰਸ਼ ਪ੍ਰਧਾਨ ਸਮਾਜ ਰਿਹਾ ਹੈ ਬੜੇ ਚਿਰ ਦਾ, ਪਰ ਗੁਰੂ ਨਾਨਕ ਦੇ ਘਰ, ਗੁਰੂ ਦੀ ਸਿੱਖਾਂ ਦੇ ਘਰ ਜਿਹੜਾ ਹੈ ਉੱਥੇ ਕਿਸੇ ਜੈਂਡਰ ਦੀ ਜਿਹੜੀ ਹੈ ਨਾ ਉਹ ਪੋਜੈਸ਼ਨ ਹੈਗੀ ਨਹੀਂ ਕਿ ਕੋਈ ਕਵੇ ਵੀ ਮੈਂ ਏਦਾਂ ਜਾਂ ਮੈਂ ਬੰਦੇ ਜ਼ਿਆਦਾ ਜਿਹੜੇ ਜਾਂ ਏਦਾਂ ਜਾਂ ਏਦਾਂ। ਸਮਾਜ ਜ਼ਰੂਰ ਰਿਹਾ ਹੋਏਗਾ ਕਿਤੇ, ਪਰ ਗੁਰੂ ਨਾਨਕ ਮਹਾਰਾਜ ਨੂੰ ਤੇ ਕਹਿ ਲਓ ਕਿ ਇਸ ਜੈਂਡਰ ਇਕੁਐਲਿਟੀ ਦਾ ਕਹਿ ਲਓ ਕਿ ਸਭ ਤੋਂ ਪਹਿਲਾਂ ਜੇ ਮੰਨਿਆ ਜਾਵੇ ਤੇ ਉਹ ਸ਼ੁਰੂ ਤੋਂ ਹੀ ਉੱਥੇ ਕਹਿ ਲਓ ਕਿ ਧੀਆਂ ਨੂੰ ਜਾਂ ਮਾਤਾਵਾਂ ਨੂੰ ਉਹਨਾਂ ਬਹੁਤ ਉੱਚਾ ਸਤਿਕਾਰ ਦਿੱਤਾ, ਹਨਾ। ਤੇ ਪਰ ਫਿਰ ਵੀ ਇਹ ਇੱਕ ਏਦਾਂ ਰੌਲਾ ਹੁੰਦਾ ਕਿ ਜਦੋਂ ਅਵਤਾਰੀ ਪੁਰਸ਼ ਆਉਂਦੇ ਨੇ ਉਹ ਬਹੁਤ ਸੋਹਣੀਆਂ ਹੁਕਮ, ਬਹੁਤ ਸੋਹਣੇ ਰੰਗ ਦੱਸ ਕੇ ਜਾਂਦੇ ਨੇ ਲੁਕਾਈ ਨੂੰ। ਸਾਰੇ ਤੇ ਉਹਨਾਂ ਹੁਕਮਾਂ ਨੂੰ ਕਬੂਲ ਨਹੀਂ ਕਰਦੇ, ਸਾਰੇ ਜਾਣੇ ਉਹਨਾਂ ਨੂੰ ਉਹਦੇ ਤੇ ਚੱਲਦੇ ਨਹੀਂ ਨੇ, ਤੇ ਸਿਰਫ ਕੁਝ ਕੁ ਜਾਣੇ ਚੱਲ ਪਾਉਂਦੇ ਨੇ। ਬਾਕੀ ਸਾਡੇ ਵਰਗੇ ਬਾਣੇ ਪਾ ਕੇ ਤੇ ਉਹ ਫਿਰ ਇਹੋ ਜਿਹੀ ਡੋਮੀਨੇਸ਼ਨ ਤੇ ਹੀ ਲੱਗੇ ਰਹਿੰਦੇ, ਜੀ ਨਹੀਂ ਜੀ ਏਦਾਂ ਨਹੀਂ, ਨਹੀਂ ਜੀ ਓਦਾਂ ਨਹੀਂ, ਨਹੀਂ ਜੀ ਏਦਾਂ ਨਹੀਂ। ਕਈ ਵਿੱਚ ਇਹੋ ਜਿਹੇ ਵਿਤਕਰੇ ਪੈਦਾ ਕਰਦੇ ਰਹਿੰਦੇ। ਹੁਣ ਸਵਾਲ ਆਉਂਦਾ ਹੈ ਜਿਵੇਂ ਦਰਬਾਰ ਸਾਹਿਬ ਕੀਰਤਨ ਕਰਨ ਨੂੰ ਲਾ ਲਓ ਜਾਂ ਪੰਜ ਪਿਆਰੇ ਸਾਹਿਬਾਨਾਂ 'ਚ ਲੱਗਣ ਨੂੰ ਲਾ ਲਓ। ਹੁਣ ਸਭ ਤੋਂ ਪਹਿਲਾਂ ਇਹ ਸਮਝਣਾ ਪਏਗਾ ਕਿ ਇਹ ਸਾਡਾ ਰਾਈਟ ਹੈ ਜਾਂ ਇਹ ਬਖਸ਼ਿਸ਼ ਹੈ। ਰਾਈਟ ਤੇ ਬਖਸ਼ਿਸ਼ 'ਚ ਬਹੁਤ ਅੰਤਰਾ ਹੁੰਦਾ। ਜੇ ਅਸੀਂ ਇਹਨੂੰ ਐਜ਼ ਏ ਰਾਈਟ ਡਿਕਲੇਅਰ ਕਰਾਂਗੇ ਕਿ ਇਹ ਸਾਡਾ ਹੱਕ ਹੈ, ਹਨਾ, ਤੇ ਫਿਰ ਅਸੀਂ ਰੌਂਗ ਆ, ਇਹਦਾ ਬੇਸ ਹੀ ਰੌਂਗ ਹੋ ਜਾਂਦਾ। ਇਸ ਵੇਲੇ ਜਿੰਨੇ ਸਵਾਲ ਆਉਂਦੇ ਨੇ ਉਹ ਐਜ਼ ਏ ਹਿਊਮਨ ਰਾਈਟਸ ਜਾਂ ਲੇਡੀਜ਼ ਦੇ ਰਾਈਟਸ ਵਿੱਚੋਂ ਬੇਸ ਬਣ ਕੇ ਆਉਂਦੇ, ਪਰ ਇਹ ਰਾਈਟ ਨਹੀਂ ਹੈ, ਇਹ ਬਖਸ਼ਿਸ਼ ਹੈ। ਤੇ ਬਖਸ਼ਿਸ਼ ਨੂੰ ਉਡੀਕਣਾ ਪੈਂਦਾ ਹੁੰਦਾ, ਉਹਦੇ 'ਚ ਈਗੋ ਨਹੀਂ ਸ਼ਾਮਲ ਕਰਨੀ ਹੁੰਦੀ। ਤੇ ਜਿਹੜਾ ਈਗੋ ਤੇ ਬਖਸ਼ਿਸ਼ ਨੂੰ ਪਾਉਣਾ ਚਾਹਵੇ ਉਹਨੂੰ ਕਦੀ ਮਿਲਦੀ ਵੀ ਨਹੀਂ, ਇਹ ਵੀ ਬਿਲਕੁਲ ਸੱਚ ਹੈ। ਹੁਣ ਜਿਹੜੀਆਂ ਵੀ ਭੈਣਾਂ ਜਾਂ ਜਿਹੜੇ ਵੀ ਜੀ, ਹਨਾ, ਉਹ
ਜੇ ਈਗੋ ਬੇਸਡ ਚੱਲਣ ਦੇ ਨੇ ਕਿ ਸਾਡਾ ਹੱਕ ਹੈ, ਅਸੀਂ ਕਿਉਂ ਨਹੀਂ ਕਰ ਸਕਦੇ ਹਨਾ। ਹੁਣ ਜੀ ਕਰਨ ਨੂੰ ਤੇ ਸਾਰਿਆਂ ਦਾ ਜੀ ਕਰਦਾ ਕਿ ਅਸੀਂ ਬੜਾ ਕੁਝ ਹੋਈਏ, ਅਸੀਂ ਇੱਥੇ ਵੀ ਆਹ ਕਰ ਲਈਏ, ਆਹ ਕਰ ਲਈਏ, ਫਲਾਣਾ ਕਰ ਲਈਏ। ਹੁਣ ਆਪਣੇ ਮਨ ਨਾਲ ਗੱਲ ਕਰ ਲਈਏ ਤੇ ਆਪਣੇ ਆਪ ਨੂੰ ਸਾਨੂੰ ਲੱਗਦਾ ਕਿ ਸਾਡੇ ਚ ਆਹ ਬੁਰਾਈਆਂ ਨਾ ਹੋਣੇ, ਸਾਡਾ ਜੀ ਕਰਦਾ ਅਸੀਂ ਸੋਹਣੇ ਸਿੱਖ ਬਣੀਏ, ਪਰ ਕੀ ਬਣ ਪਾਉਣੇ? ਇੱਕ ਦਿਨ ਬਖਸ਼ਿਸ਼ ਹੁੰਦੀ ਤੇ ਫਿਰ ਬਣ ਪਾਉਣੇ। ਅਸੀਂ ਕੋਸ਼ਿਸ਼ ਕਰ ਸਕਦੇ, ਇੱਕ ਦਿਨ ਬਖਸ਼ਿਸ਼ ਹੁੰਦੀ ਤੇ ਬਣ ਪਾਉਣੇ। ਅਸੀਂ ਜਦੋਂ ਉਹਨੂੰ ਇੱਕ ਰਾਈਟ ਬੇਸਡ ਡਿਮਾਂਡ ਖੜੀ ਕਰਦੇ ਆ ਨਾ, ਉਦੋਂ ਇਹ ਸਾਰਾ ਕੁਝ ਰੌਂਗ ਹੋ ਜਾਂਦਾ। ਧਰਮ ਦੀ ਦੁਨੀਆ ਦੇ ਵਿੱਚ ਹਮੇਸ਼ਾ ਜਿਹੜਾ ਹੈ ਨਾ ਇਹ ਬਖਸ਼ਿਸ਼ ਹੈ, ਤੇ ਬਖਸ਼ਿਸ਼ ਨੂੰ ਜਿਹੜਾ ਹੈ ਨਾ ਉਹ ਓਦਾਂ ਹੁਣ ਕਿਸੇ ਧੀ ਨੂੰ ਜਿਹੜਾ ਹੈ ਜਾਂ ਲੱਗਦਾ ਹੈ ਕਿ ਮੈਂ ਦਰਬਾਰ ਸਾਹਿਬ ਕੀਰਤਨ ਕਰਾਂ ਜਾਂ ਮੈਂ ਪੰਜ ਪਿਆਰੇ ਸਾਹਿਬਾਨਾਂ ਚ ਲੱਗਾ, ਕਿ ਉਹ ਆਪਣੇ ਗੁਰੂ ਨੂੰ ਕਵੇ ਨਾ ਕਿ ਗੁਰੂ ਪਿਤਾ ਵੀ ਮੇਰਾ ਜੀ ਕਰਦਾ ਹਨਾ। ਤੇ ਹੋ ਸਕਦਾ ਉਹਦੀ ਉਸ ਪੁਕਾਰ ਨੂੰ ਗੁਰੂ ਪਿਤਾ ਕਹਿਣ ਵੀ ਤੂੰ ਪੰਜ ਪਿਆਰਿਆਂ ਵਾਲੇ ਮੇਰੇ ਸਰੂਪ ਚ ਜ਼ਰੂਰ ਲੱਗਣਾ ਹੈ, ਲਿਆ ਤੈਨੂੰ ਮੈਂ ਆਪਣਾ ਸਰੂਪ ਦੇਣਾ, ਤੂੰ ਮੇਰੇ ਸਰੂਪ ਚ ਸ਼ਾਮਲ ਹੋ ਜਾ। ਪਰ ਇਹ ਰਾਈਟ, ਇਹਨੂੰ ਰਾਈਟ ਬਣਾ ਕੇ ਤੇ ਈਗੋ ਬੇਸਡ ਜਿਹੜਾ ਹੈ ਉਹ ਲੜਾਈ ਤੇ ਵਿਵਾਦ ਖੜਾ ਕੀਤਾ ਜਾਂਦਾ ਹੈ। ਤੇ ਜਿਹੜੇ ਦੂਜੇ ਬੰਨੇ ਦੋਵੇਂ ਗਲਤ ਨੇ, ਵੇਖੋ ਏਦਾਂ ਹੁੰਦਾ ਨਹੀਂ ਹੁੰਦਾ। ਇਹ ਕਰਕੇ ਇਹ ਜਿਹੜਾ ਧਰਮ ਨੇ ਜਾਂ ਇਹ ਰੰਗ ਨੇ, ਪ੍ਰੇਮ ਦੇ ਤੇ ਇਹ ਰੰਗਾਂ ਦੇ ਨੇ, ਮੰਨਣ ਦੇ ਨੇ, ਇਹ ਇੱਕ ਚੱਲਣ ਦਾ ਮਾਰਗ ਹੈ ਇਹਨਾਂ। ਪਰ ਇਹਨੂੰ ਜੇ ਅਸੀਂ ਆਪਣੀ ਈਗੋ ਤੇ ਖੜੇ ਕਰਾਂਗੇ ਤੇ ਗੜਬੜ ਹੋ ਜਾਂਦੀ। ਇਹ ਕਰਕੇ ਸਾਨੂੰ ਹਮੇਸ਼ਾ ਬਖਸ਼ਿਸ਼ ਦੇ ਵਿੱਚ ਤੇ ਹੱਕ ਦੇ ਵਿੱਚ ਸਾਨੂੰ ਡਿਫਰੈਂਸ ਜਿਹੜਾ ਹੈ ਉਹ ਪਹਿਲਾਂ ਪਤਾ ਕਰਨਾ ਚਾਹੀਦਾ। ਸਾਡੀ ਡਿਮਾਂਡ, ਇਹ ਜਿਹੜਾ ਅਸਲੀ ਮੁੱਦਾ ਹੈ ਇਹ ਬਖਸ਼ਿਸ਼ ਦਾ ਹੈ, ਪਰ ਅਸੀਂ ਇਹਨੂੰ ਰਾਈਟ ਸਮਝ ਕੇ, ਸਾਡੀ ਮੂਰਖਤਾ ਹੈ, ਸਾਡਾ ਕਮਲਾਪਨ ਹੈ, ਇਹਨੂੰ ਰਾਈਟ ਹੱਕ ਸਮਝ ਕੇ ਤੇ ਮੰਗਣ ਦੇ ਕਿ ਸਾਨੂੰ ਮਿਲਦਾ ਨਹੀਂ ਹਨਾ। ਤੇ ਹੱਕ ਕਦੀ ਜਿਹੜੀ ਬਖਸ਼ਿਸ਼ ਹੈ ਉਹ ਏਦਾਂ ਹੱਕਾਂ ਨਾਲ ਮਿਲਦੀ ਨਹੀਂ ਹੁੰਦੀ, ਭਾਵੇਂ ਕਈ ਸਾਲ ਲੱਗ। ਇਹਦੇ ਨਾਲੋਂ ਅਸੀਂ ਕਹਿੰਦੇ ਵੀ ਸਵੇਰੇ ਭਾਵੇਂ ਦਰਬਾਰ ਸਾਹਿਬ ਬੀਬੀਆਂ ਕੀਰਤਨ ਕਰਨ ਲੱਗ ਵੀ ਜਾਣ ਹਨਾ, ਭਾਵੇਂ ਉੱਥੇ ਫਿਜ਼ੀਕਲੀ ਕਰ ਵੀ ਲੈਣ, ਪਰ ਉਹਦੇ ਬਾਵਜੂਦ ਵੀ ਜੋ ਰੰਗ ਉਹ ਕੀਰਤਨ ਚੋਂ ਮਿਲਣਾ ਜਾਂ ਜੋ ਸਤਿਗੁਰੂ ਨੇ ਉਹ ਪਰੰਪਰਾ ਰਚੀ ਉਹ ਕਦੀ ਨਹੀਂ ਉਹਨਾਂ ਨੂੰ ਮਿਲ ਸਕਦੀ ਜੇ ਉਹ ਹੱਕ ਬੇਸ ਏਦਾਂ ਹੀ ਕਰਦੀਆਂ ਰਹਿਣਗੀਆਂ। ਇਹ ਕਰਕੇ ਸਾਨੂੰ ਥੋੜਾ ਜਿਹਾ ਇਹਦੇ ਬੇਸ ਨੂੰ ਸਮਝਣਾ ਪਏਗਾ ਕਿ ਇਹ ਜਿਹੜੀ ਵਿਵਾਦ ਜਾਂ ਡਿਮਾਂਡ ਖੜੀ ਹੁੰਦੀ ਹੈ ਇਹਦਾ ਬੇਸ ਕੀ ਹੈ। ਹੁਣ ਮੰਨ ਲਾ ਕਿ ਇੱਕ ਚੀਜ਼ ਹੈ ਕਿ ਪਿਤਾ ਦੀ, ਸਾਨੂੰ ਕਨਸਟੀਟਿਊਸ਼ਨ ਨੇ ਪਿਤਾ ਦੀ ਜਾਇਦਾਦ ਤੇ ਹੱਕ ਦਿੱਤਾ, ਜਿੱਦਾਂ ਹੁਣ ਇੰਡੀਆ ਦਾ ਇੱਕ ਰੂਲ ਹੈ ਕਿ ਜਿਹੜੀ ਜੱਦੀ ਜਾਇਦਾਦ ਤੇ ਦਾਦਿਆਂ ਪੁਰਖਿਆਂ ਦੀ ਜਾਂਦੀ ਉਹ ਤੇ ਹੱਕ ਹੈ, ਕੋਈ ਵੀ ਮੁੰਡਾ ਜਾਂ ਧੀ ਆਪਣਾ ਜਿਹੜਾ ਉਹ ਚੈਲੰਜ ਕਰ ਸਕਦਾ ਹੈ ਕੋਰਟ ਦੇ ਵਿੱਚ ਕਿ ਮੈਨੂੰ ਹੱਕ ਦਿੱਤਾ ਜਾਵੇ, ਮੇਰਾ ਵੀ ਹੱਕ ਬਣਦਾ, ਕਿਉਂਕਿ ਖਾਨਦਾਨੀ ਜ਼ਮੀਨ ਹੈ, ਸਾਡੀ ਜੱਦੀ ਪੁਰਖੀ ਤੁਰੀ ਜਾਂਦੀ। ਪਰ ਇੱਕ ਪਿਤਾ ਨੇ ਆਪ ਕਮਾ ਕੇ ਬਣਾਈ ਹੈ ਹਨਾ, ਉਹ ਪਿਤਾ ਦੀ ਮਰਜ਼ੀ ਹੈ ਦਵੇ ਕਿ ਨਾ ਦਵੇ, ਉਹਨੂੰ ਕੋਈ ਕਾਨੂੰਨ ਚੈਲੰਜ ਨਹੀਂ ਕਰ ਸਕਦਾ। ਜਿਹੜੀ ਜੱਦੀ ਪੁਰਖੀ ਉਹ ਤੇ ਦੇ ਦੇਗਾ ਗਾੜੀ ਪੁੱਤਰ ਨੂੰ, ਉਹ ਹੱਕ ਕਾਨੂੰਨੀ ਤੌਰ ਤੇ ਵੀ ਲੈ ਲੇਗਾ, ਪਰ ਜਿਹੜੀ ਉਹਨੇ ਆਪ ਕਮਾਈ ਉਹ ਜਿਹਨੂੰ ਮਰਜ਼ੀ ਭਾਵੇਂ ਦਾਨ ਦੇ ਜੇ, ਭਾਵੇਂ ਉਹਨੂੰ ਪੁੱਤ ਵੀ ਚੈਲੰਜ ਨਹੀਂ ਕਰ ਸਕਦਾ। ਉਹ ਬਖਸ਼ਿਸ਼ ਦੇ ਰੂਪ ਚ ਹੀ ਮਿਲੇਗੀ, ਉਹ ਪ੍ਰੇਮ ਦੇ ਰੂਪ ਚ ਮਿਲੇਗੀ, ਜਦੋਂ ਉਹਦਾ ਜੀ ਕਰੇਗਾ ਉਹ ਦੇਗਾ। ਤੇ ਜੇ ਮੰਨ ਲਓ ਉਹਦੇ ਤੇ ਵੀ ਜਿੱਦ ਕਰੇ ਕੋਈ, ਤੇ ਪਿਤਾ ਨੇ ਸਗੋਂ ਜ਼ਿਆਦਾ ਨਾਰਾਜ਼ ਹੋ ਜਾਣਾ, ਉਹਨੇ ਕਹਿਣਾ ਦਫਾ ਹੋ, ਮੇਰੇ ਤੇ ਕੇਸ ਕੀਤਾ, ਮੈਂ ਤੈਨੂੰ ਕਦੀ ਵੀ ਨਹੀਂ ਦਿੰਦਾ। ਇਹ ਕਰਕੇ ਸਾਨੂੰ ਬਖਸ਼ਿਸ਼ ਤੇ ਹੱਕ ਚ ਥੋੜਾ ਜਿਹਾ ਜਿਹੜਾ ਹੈ ਨਾ ਉਹ ਫਰਕ ਪਤਾ ਲੱਗਣਾ ਚਾਹੀਦਾ ਸਾਨੂੰ, ਕਿ ਸਾਡਾ ਹੱਕ ਕੀ ਹੈ ਤੇ ਸਾਡੀ ਬਖਸ਼ਿਸ਼ ਕੀ ਹੈ। ਤੇ ਬਖਸ਼ਿਸ਼ ਸਾਹਿਬ ਨੇ ਦੇਣੀ ਹਨਾ। ਹੁਣ ਮੰਨ ਲਓ ਕੋਈ ਜਿੱਦ ਕਰਕੇ ਪੰਜ ਪਿਆਰਿਆਂ ਚ ਲੱਗ ਵੀ ਜਾਵੇ, ਅੱਜ ਵੀ ਜਿਹੜੇ ਪੁਰਸ਼ ਵੀ ਲੱਗਦੇ ਨੇ, ਤੇ ਕੀ ਉਹ ਉਹਦੇ ਤੋਂ ਬਾਅਦ ਤੁਸੀਂ ਵੇਖਿਆ ਕਿ ਉਹ ਪੰਜ ਪਿਆਰਿਆਂ ਚ ਲੱਗ ਕੇ ਤੇ ਬਾਅਦ ਚੋਂ ਗੁਰੂ ਕਲਗੀਆਂ ਵਾਲੇ ਦਾ ਰੂਪ ਥੋੜੀ ਹੋ ਜਾਂਦਾ ਵਾਪਸ, ਤੇ ਫਿਰ ਉਦਾਂ ਦੇ ਲੜਾਈ ਘੜੇ ਝਗੜੇ ਕਰਨ ਵਾਲੇ, ਜਿੱਦਾਂ ਲੱਗੇ ਨਾ ਲੱਗੇ, ਕੀ ਕਿੱਥੇ ਉਹਦਾ ਹਿੱਸਾ ਬਣਨਾ ਉਹਦੇ ਸਵਰੂਪ ਦਾ, ਕਿਆ ਅਪਾਰ ਬਖਸ਼ਿਸ਼ ਸੀ ਹਨਾ। ਤੇ ਉਸ ਹਿੱਸੇ ਨੂੰ ਕਿਤੇ ਉਹ ਸੰਭਾਲ ਕੇ ਥੋੜੀ ਬਾਹਰ ਆਉਂਦੇ ਨੇ, ਜਦੋਂ ਆਉਂਦੇ ਨੇ, ਜਦੋਂ ਪੰਜਾਂ ਪਿਆਰਿਆਂ ਚੋਂ ਨਿਕਲਦੇ ਨੇ, ਉਹ ਕਿਤੇ ਰੰਗ ਉਹਨਾਂ ਕੋਲ ਰਹਿੰਦਾ ਥੋੜੀ, ਫੇਰ ਵਾਪਸ ਉਦਾਂ ਦੇ ਲੜਾਕੇ ਤੇ ਉਦਾਂ ਦੇ ਹੋ ਜਾਂਦੇ, ਉਹ ਲੱਗੇ ਵੀ ਉਦਾਂ ਦੇ, ਨਾ ਲੱਗੇ ਵੀ ਉਦਾਂ ਦੇ। ਪਰ ਜਿਹੜਾ ਉਸ ਸਵਰੂਪ ਤੋਂ ਆਪਣੇ ਪਿਆਰੇ ਕਲਗੀਆਂ ਵਾਲੇ ਨੂੰ ਜਾਣ ਕੇ ਉਹਦਾ ਕੋਈ ਬਖਸ਼ਿਸ਼ ਮੰਗਦਾ, ਕੋਈ ਜੋਦੜੀ ਕਰਦਾ, ਉਹਨਾਂ ਨੂੰ ਜ਼ਰੂਰ ਉਹ ਦੇ ਦਿੰਦਾ, ਕਿਉਂਕਿ ਉਹ ਤੇ ਘੱਟ ਚ ਮੌਜੂਦ ਹੈ। ਇਹ ਆਪ ਜੀ ਦੀ ਬਾਤ ਬਿਲਕੁਲ ਠੀਕ ਹੈ ਕਿ ਆਤਮਾ ਦਾ ਕੋਈ ਜੈਂਡਰ ਨਹੀਂ ਹੁੰਦਾ ਹਨਾ, ਕਿ ਕੋਈ ਦਿੱਕਤ ਨਹੀਂ ਹੈਗੀ। ਪਰ ਇਹਦੀ ਜਿਹੜੀ ਮੇਨ ਹੈ ਨਾ, ਉਹਦੀ ਗਲਤੀ ਇੱਥੇ ਇੱਕ ਤੇ ਪਰੰਪਰਾ, ਇਹ ਪਰੰਪਰਾ ਨੂੰ ਹੁਣ ਬਦਲਣਾ ਜਿਹੜਾ ਹੈ ਨਾ, ਉਹ ਜੋ ਬਣ ਗਈਆਂ ਉਹਨੂੰ ਬਦਲਣਾ ਔਖਾ ਹੋ ਜਾਂਦਾ ਕਿਸੇ ਵੀ ਪੁਰਸ਼ ਵਾਸਤੇ, ਕਿਉਂਕਿ ਕਿਸੇ ਨੂੰ ਲੱਗਦਾ ਨਹੀਂ ਕਿ ਮੈਂ ਇਹ ਕਾਬਲ ਹਾਂ, ਕਿ ਮੈਂ ਗੁਰੂ ਕਲਗੀਆਂ ਵਾਲੇ ਦੇ ਕਾਬਲ ਹਾਂ, ਜੋ ਰਚਨਾ ਰਚ ਗਿਆ ਮੈਂ ਦੁਬਾਰਾ ਬਦਲ। ਤੇ ਦੂਜਾ ਜਿਹੜਾ ਇਹ ਜੋਦੜੀ ਦਾ ਵਿਸ਼ਾ ਹੈ, ਇਹ ਪ੍ਰੇਮ ਦਾ ਵਿਸ਼ਾ ਹੈ, ਇਹ ਜਿੱਦ ਦਾ ਤੇ ਈਗੋ ਦਾ ਵਿਸ਼ਾ ਨਹੀਂ ਹੈਗਾ। ਨੋਬਲ ਸਮਝ ਆ ਗਈ? ਹਾਂਜੀ ਹਾਂਜੀ। ਤੇ ਇੱਕ ਪੁੱਤੀਏ ਜਿੱਦਾਂ
ਤੂੰ ਵਿਚਰਦਾ ਰਹਿਣਾ ਇੱਧਰ ਉੱਧਰ, ਹਨਾ। ਬੜੇ ਇਹੋ ਜਿਹੇ ਸਵਾਲ ਆਉਂਦੇ ਨੇ, ਬੜੇ ਇਹੋ ਜਿਹੇ ਰੰਗ ਆਉਂਦੇ ਨੇ। ਤੇ ਇਹ ਸੰਸਾਰ ਤੇ ਏਦਾਂ ਦਾ ਹੀ ਵਿਵਾਦ ਜਿਹੜੇ ਨੇ ਸ਼ੁਰੂ ਤੋਂ ਕਦੀ ਕਿਸੇ ਨੇ ਕਦੀ ਕਿਸੇ ਢੰਗ ਨਾਲ ਬਣਦੇ ਨੇ। ਪਰ ਇਹ ਜਿਹੜਾ ਮਾਰਗ ਏ, ਇਹ ਤੇ ਪ੍ਰੇਮ ਦਾ ਮਾਰਗ ਏ। ਤੇ ਇਹ ਕਰਕੇ ਇਹਨਾਂ ਵਿਵਾਦਾਂ ਨੂੰ ਵੇਖੋ ਸਤਿਗੁਰੂ ਦਿਆ ਕਰਨ। ਹੁਣ ਮੰਨ ਲਓ ਕਿ ਸਤਿਗੁਰੂ ਨੇ ਕਿੰਨਿਆਂ ਸਿੰਘਾਂ ਤੋਂ ਕੋਲ ਕਿੰਨੀਆਂ ਸੇਵਾਵਾਂ ਸੀ, ਕਿਸੇ ਨੂੰ ਭੇਜ ਦਿੰਦੇ ਸੀ, ਜਾਂ ਤੂੰ ਘੋੜੇ ਲੈ ਗਿਆ, ਜਾਂ ਤੂੰ ਫਲਾਣਾ ਕਾਰਜ ਕੀਤਾ। ਤੇ ਪੁਰਾਤਨ ਸਮੇਂ 'ਚ ਸਿੰਘ ਜਿਹੜੇ ਹੁੰਦੇ ਸੀ ਨਾ, ਉਹ ਤੁਸੀਂ ਵੇ ਮਾਤਾ ਸਾਹਿਬ ਕੌਰੀ ਜਿਹੜੇ ਗੁਰੂ ਮਹਾਰਾਜ ਤੋਂ ਬਿਨਾਂ ਰਹਿ ਨਹੀਂ ਸਕਦੇ, ਉਹਨਾਂ ਨੂੰ ਕਹਿਤਾ ਜਾਓ ਤੁਸੀਂ ਇੱਥੋਂ ਚਲੇ ਜਾਓ ਹੁਣ ਛੱਡ ਕੇ, ਹਨਾ। ਤੇ ਨਾਲ ਸ਼੍ਰੀ ਸਾਹਿਬ ਦੇਤੀ ਕਿ ਜਦੋਂ ਮੇਰੇ ਦਰਸ਼ਨ ਕਰਨੇ, ਮੇਰੀ ਯਾਦ ਆਏਗੀ, ਸ਼੍ਰੀ ਸਾਹਿਬ ਨੂੰ ਜਿਹੜਾ ਇਹ ਕੋਲ ਰੱਖ ਲਿਆ। ਤੇ ਤੁਸੀਂ ਸੋਚ ਕੇ ਦੇਖੋ, ਕਿਸੇ ਨੇ ਮਨਾ ਨਹੀਂ ਕੀਤੀ, ਸਾਰਿਆਂ ਨੇ ਉਹ ਬਖਸ਼ਿਸ਼ ਸਮਝ ਕੇ ਆਪਣੇ ਗੁਰੂ ਦਾ ਹੱਕ ਸਮਝ ਕੇ ਤੇ ਸ਼ਹੀਦ ਪਵਾਇਆ। ਤੇ ਉਹਨਾਂ ਸਿੱਖਾਂ ਦੀ ਅਸੀਂ ਬਾਤ ਕਰਦੇ, ਉਹਨਾਂ ਨੂੰ ਸੱਚੀ ਸਿੱਖੀ ਦਾ ਰੰਗ ਮੰਨਦੇ, ਹਨਾ। ਤੇ ਕਿਸੇ ਨੂੰ ਘੋੜਿਆਂ ਦੀ ਲਿੱਦ ਸੁੱਟਣ ਤੇ ਲਾਤਾ, ਕਿਸੇ ਨੂੰ ਘਾਈ ਦੀ ਸੇਵਾ ਤੇ ਹੁਣ ਇੱਕ ਘਾਈ ਦਾ ਜ਼ਿਕਰ ਆਉਂਦਾ ਹੈ ਗੁਰੂ ਮਹਾਰਾਜ ਦੇ ਦਰਬਾਰ ਦੇ ਵਿੱਚ। ਇੱਕ ਘਾਈ ਹੀ ਘੋੜਿਆਂ ਨੂੰ ਘਾਹ ਪਾਉਣ ਵਾਲਾ, ਘੋੜਿਆਂ ਦੀ ਸਾਫ਼ ਸਫਾਈ ਕਰਨ ਵਾਲਾ, ਹਨਾ। ਤੇ ਕਵੀ ਰਾਜ ਇੱਕ ਵਾਰ ਕੋਈ ਬਹੁਤ ਉਸ ਇਲਾਕੇ ਦਾ, ਇੰਡੀਆ ਦਾ ਮਹਾਨ ਕਵੀ ਜਿਹੜਾ ਸੀ, ਉਹ ਚਲਿਆ ਗਿਆ ਦਰਬਾਰ 'ਚ। ਤੁਸੀਂ ਇਤਿਹਾਸ 'ਚ ਸੁਣਿਆ ਹੋਵੇ, ਪੜ੍ਹਿਆ ਹੋਵੇ, ਕਥਾ 'ਚ ਵੀ ਸ਼ਾਇਦ ਅਸੀਂ ਜ਼ਿਕਰ ਕੀਤਾ ਇਹਦਾ। ਤੇ ਉਹ ਕਹਿੰਦਾ ਸੀ ਕਿ ਤੁਹਾਡੇ ਸਿੰਘਾਂ ਦੇ ਇੱਥੋਂ ਦਰਬਾਰ 'ਚੋਂ ਜਿਹੜਾ ਇਹ ਮੈਨੂੰ ਕੋਈ ਜਵਾਬ ਦੇਵੇ ਮੇਰੀ ਕਵਿਤਾ ਦਾ। ਤੇ ਗੁਰੂ ਮਹਾਰਾਜ ਨੇ ਉਹ ਘਾਈ ਨੂੰ ਕਿਹਾ ਸੀ ਕਿ ਜਾਓ ਉਹਨੂੰ ਸੱਦ ਕੇ ਲਿਆਓ ਇਹਦੀ ਤੇ ਤੂੰ ਵੇਖੋ ਕਿੰਨਾ ਵੱਡਾ ਰਾਈਟਰ ਸੀ, ਹਨਾ। ਕਿ ਕਵੀ ਦੀ ਉਹਨੇ ਕਵਿਤਾ ਦੇ ਅਰਥ ਵੀ ਕਰਤੇ, ਉਹਦਾ ਰੰਗ ਵੀ ਸਮਝਾਤਾ, ਤੇ ਉਹਦੀ ਕਵਿਤਾ ਦਾ ਰੰਗ ਜਿਹੜਾ ਸੀ ਉਹ ਕਵੀ ਨੂੰ ਨਹੀਂ ਆਇਆ। ਤੇ ਉਹਦੇ ਬਾਵਜੂਦ ਵੀ ਉਹ ਘੋੜਿਆਂ ਦੀ ਲਿੱਦ ਸੁੱਟਣ ਨੂੰ ਜਿਹੜਾ ਸੀ ਉਹੀ ਬਖਸ਼ਿਸ਼ ਮੰਨਦਾ ਸੀ ਕਿ ਮੇਰੇ ਗੁਰੂ ਨੇ ਇਹ ਕਿਹਾ, ਬਸ ਇੰਨੀ ਕਾਫੀ ਹੈ। ਤੇ ਸੋਚ ਕੇ ਵੇਖੀਏ ਸਿੱਖੀ ਹੈ ਕੀ ਇਹ, ਤੇ ਅਸੀਂ ਸਾਰੇ ਜਾਣੇ ਰਲ ਕੇ ਬਣਾਉਣ ਕੀ ਡੇ ਆ, ਜਿਹੜੇ ਡਿਮਾਂਡਾਂ ਕਰਨ ਡੇ, ਜਿੱਦਾਂ ਕਰਨ ਡੇ, ਸਿੱਖੀ ਹੈ? ਸਭ ਤੋਂ ਪਹਿਲਾਂ ਤੇ ਇਹੋ ਹੀ ਸਮਝਣਾ ਪਏਗਾ ਹਨ। ਇਸ ਕਰਕੇ ਇਹ ਦੋ ਅਲੱਗ-ਅਲੱਗ ਚੀਜ਼ਾਂ ਨੇ। ਜਦੋਂ ਅਸੀਂ ਸੋਸ਼ਲੀ ਵਿਚਰਦੇ ਆ, ਕਨਸਟੀਟਿਊਸ਼ਨਸ ਦੇ ਵਿੱਚ ਵਿਚਰਦੇ, ਜਾਂ ਜਿਹੜਾ ਬਾਹਰੀ ਸਿਸਟਮ ਰਚਿਆ ਉਹਦੇ 'ਚ ਵਿਚਰਦੇ ਆ, ਉਹਦੇ 'ਚ ਸਾਡਾ ਵੇ ਆਫ ਜਿਹੜਾ ਐਕਟ ਹੈ ਉਹ ਡਿਫਰੈਂਟ ਹੈ। ਅਸੀਂ ਉੱਥੇ ਹੱਕ ਤੇ ਰਾਈਟ ਦੀ ਗੱਲ ਕਰਦੇ। ਜਿਹੜੀ ਇਨਸਾਨੀਅਤ ਤੇ ਧਰਮ ਦਾ ਰੰਗ ਹੈ ਉਹ ਬਖਸ਼ਿਸ਼ਾਂ ਦਾ ਰੰਗ ਹੈ। ਇਹ ਕਰਕੇ ਇਹ ਦੋਵਾਂ ਨੂੰ ਅਸੀਂ ਜਦੋਂ ਮਿਕਸ ਅਪ ਕਰਨੇ ਆ ਤੇ ਇਦਾਂ ਦੇ ਬੇਅੰਤ ਵਿਵਾਦ ਤੇ ਸਵਾਲ ਖੜੇ ਹੁੰਦੇ। ਹਰ ਇੱਕ ਚੀਜ਼ ਜਦੋਂ ਅਸੀਂ ਮਿਕਸ ਕਰਦੇ, ਕੈਲੰਡਰਾਂ ਦਾ ਰੌਲਾ ਕੀ ਹੈ? ਪੁਰਾਣੇ ਸਮੇਂ ਤੇ ਸੰਮਤੀ ਕੈਲੰਡਰ ਚੱਲਦੇ ਸੀ, ਉਹ ਚੱਲੀ ਜਾਂਦੇ ਸੀ, ਉਹ ਆਈ ਜਾਂਦੇ, ਕੋਈ ਰੌਲਾ ਨਹੀਂ ਹੈਗਾ। ਬਾਅਦ ਚ ਜਿਹੜਾ ਗਰਗੀਅਨ ਕੈਲੰਡਰ ਉਹ ਆ ਗਿਆ। ਹੁਣ ਦੋ ਕੈਲੰਡਰਾਂ ਨੂੰ, ਇੱਕ ਸੋਲਰ ਹੈ ਇੱਕ ਲੂਨਰ ਹੈ, ਦੋਵਾਂ ਨੂੰ ਜਦੋਂ ਮਿਕਸ ਅਪ ਕਰਦੇ ਆ, ਹਨਾ। ਹੁਣ ਚੰਦਰਮਾ ਦੀ ਜਿਹੜੀ ਚਾਲ ਹੈ ਉਹ ਅਲੱਗ ਹੈ, ਜਿਹੜੀ ਧਰਤੀ ਦੀ ਚਾਲ ਹੈ ਸੂਰਜ ਦੇ ਦੁਆਲੇ ਉਹ ਅਲੱਗ ਹੈ, ਉਹ ਅਲੱਗ ਦਿਨਾਂ ਚ ਪੂਰੀ ਹੁੰਦੀ, ਉਹ ਅਲੱਗ ਦਿਨਾਂ ਚ ਪੂਰੀ ਹੁੰਦੀ। ਹੁਣ ਦੋਵਾਂ ਨੂੰ ਮਿਕਸ ਅਪ ਕਰਕੇ ਅਸੀਂ ਕਰਾਂਗੇ ਤੇ ਹੁਣ ਵਿਵਾਦ ਕੀ ਹੈ? ਕਦੀ 5 ਜਨਵਰੀ ਨੂੰ ਆ ਜਾਂਦਾ, ਕਦੀ 25 ਦਸੰਬਰ ਨੂੰ 10ਵੇਂ ਪਾਤਸ਼ਾਹ ਦਾ ਆ ਜਾਂਦਾ। ਉਹਨਾਂ ਦੀਆਂ ਚਾਲਾਂ ਹੀ ਅਲੱਗ ਨੇ, ਆਏਗਾ ਹੀ। ਹੁਣ ਜਦੋਂ ਅਸੀਂ ਦੋ ਕੈਲੰਡਰ ਮਿਕਸ ਅਪ ਕੀਤੇ ਤੇ ਵਿਵਾਦ ਹੋ ਗਿਆ। ਹਮੇਸ਼ਾ ਜਦੋਂ ਕੋਈ ਚੀਜ਼ ਦਾ ਅਸੀਂ ਮਿਕਸਚਰ ਖਿਚੜੀ ਬਣਾਉਣੇ ਆ, ਅਸੀਂ ਕਿਸੇ ਦੂਜੀ ਚੀਜ਼ ਨੂੰ ਦੂਜੀ ਜਗ੍ਹਾ ਤੇ ਜਾ ਕੇ ਉਹਨੂੰ ਉਸ ਪਲੇਟਫਾਰਮ ਨੂੰ ਰੋਂਗ ਵੇ ਨਾਲ ਵਰਤਦੇ, ਉਦੋਂ ਇਹ ਵਿਵਾਦ ਖੜੇ ਹੁੰਦੇ, ਹਨਾ। ਇਹਦੀਆਂ ਬਰੀਕੀਆਂ ਨੂੰ ਸਮਝੋਗੇ ਤੇ ਕੋਈ ਵਿਵਾਦ ਨਹੀਂ ਹੈਗਾ। ਤੇ ਬਾਕੀ ਅਸੀਂ ਤੇ ਚਾਹੁੰਦੇ ਆ ਕਿ ਜੇ ਭੈਣਾ ਕੋਈ ਦਿੱਕਤ ਨਹੀਂ ਹੈਗਾ, ਹਨਾ। ਉਹ ਭਾਵੇਂ 5 ਪਿਆਰਿਆਂ ਚ ਲੱਗ ਜਾਣ, ਭਾਵੇਂ ਉਹ ਕੀਰਤਨ ਕਰ ਲੈਣ, ਕੀ ਦਿੱਕਤ ਹੈ? ਪਰ ਜੇ ਗੁਰੂ ਮਹਾਰਾਜ ਉਹਨਾਂ ਨੂੰ ਹੋ ਸਕਦਾ, ਜੇ ਉਹ ਬੜੇ ਪ੍ਰੇਮ ਚ, ਬੜੇ ਰੰਗ ਚ ਜਿਹੜਾ ਇਹ ਉਹ ਵਿਵਾਦ ਨਾ ਖੜਾ ਕਰਕੇ ਆਪਣੇ ਗੁਰੂ ਨੂੰ ਯੋਧ ਨਹੀਂ ਕਰਨ, ਕਿਉਂਕਿ ਗੁਰੂ ਤੋਂ ਮਿਲਣਾ ਹੈ, ਪੰਥ ਤੋਂ ਨਹੀਂ ਮਿਲਣਾ ਇਹ ਕਾਰਨ, ਹਨਾ। ਇਹ ਬਾਹਰ ਰੌਲਾ ਪਾਇਆ ਨਹੀਂ ਮਿਲਣਾ, ਇਹ ਗੁਰੂ ਕੋਈ ਖੇਡ ਰਚੇਗਾ ਤੇ ਮਿਲਣਾ। ਤੇ ਅਸੀਂ ਕਹਿੰਦੇ ਸਤਿਗੁਰੂ ਨੂੰ ਜਿੱਦਾਂ ਭਾਵੇ ਉਹਨੇ ਕਰ ਹੀ ਲੈਣਾ, ਕੀ ਦਿੱਕਤ ਹੈ, ਹਨਾ। ਹੋ ਸਕਦਾ ਇਹ ਜਿਹੜਾ ਉਹਦਾ ਸਾਡੇ ਵਰਗੇ ਤੇ ਜਿਹੜੇ ਪੁਰਸ਼ ਨੇ, ਇਹ ਤੇ ਭਾਵੇਂ 5 ਪਿਆਰਿਆਂ ਚ ਲੱਗ ਕੇ ਤੇ ਕੱਖ ਵੀ ਨਾ ਖੱਟਣ, ਤੇ ਹੋ ਸਕਦਾ ਗੁਰੂ ਮਹਾਰਾਜ ਕੋਈ ਜਿਹੜਾ ਇਹ ਆਪਣਾ ਸਵਰੂਪ ਹੀ ਉਹਨਾਂ ਨੂੰ ਆਪਣਾ ਬਖਸ਼ ਦੇ। ਇਹ ਕਰਕੇ ਇੱਕ ਤੇ ਉਹਨਾਂ ਦੀ ਪਲੇਟਫਾਰਮ ਦਾ ਬੇਸ ਗਲਤ ਤੇ ਦੂਜਾ ਜਿਹੜਾ ਇਹ ਉਹਨਾਂ ਦਾ ਗਲਤ ਥਾਂ ਮੰਗ ਰਹੀਆਂ ਨੇ, ਜਾਂ ਗਲਤ ਥਾਂ ਤੇ ਜਿਹੜਾ ਇਹ ਉਹ ਕਰ ਰਹੀਆਂ ਨੇ, ਉਹ ਦੇ ਨਹੀਂ ਸਕਦੇ। ਉਹਨਾਂ ਦੀ ਸ਼ਮਤਾ ਹੀ ਨਹੀਂ ਹੈਗੀ, ਕਾਬਲੀਅਤ ਨਹੀਂ ਹੈਗੀ। ਉਹ ਸਿਰਫ ਇੱਕੋ ਚ ਹੀ ਉਹ ਕਰ ਗਿਆ, ਹੁਣ ਦੁਬਾਰਾ ਉਹ ਹੀ ਕਰੇਗਾ। ਗੁਰੂ